ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਓ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ ਪਾਠ ਕਰਦੇ ਹਾਂ, ਆਪਾਂ ਲੜੀ ਨੂੰ ਅੱਗੇ ਤੋਰੀਏ ਜੀ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 7 ਤੋਂ ਸ਼ੁਰੂ ਹੋ ਕੇ 8 ਤੱਕ ਪਾਠ ਕਰਾਂਗੇ ਜੀ। ਇਹ 32ਵੀਂ ਪੌੜੀ ਤੋਂ ਲੈ ਕੇ 38ਵੀਂ ਪੌੜੀ ਅਤੇ ਜਪਜੀ ਸਾਹਿਬ ਦੇ ਅੰਤ ਵਿੱਚ ਜੋ ਸਲੋਕ ਹੈ ਉੱਥੋਂ ਤੱਕ ਆਪਾਂ ਅੱਜ ਪਾਠ ਕਰਦੇ ਹਾਂ ਜੀ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ। ਏਤ ਰਾਹ ਪਤ ਪਵੜੀਆ, ਚੜੀਐ ਹੋਏ ਇਕੀਸ, ਸੁਣ ਗੱਲਾਂ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਵੀ ਜੇ ਸਾਡੀ ਇੱਕ ਜੀਵ ਦੇ ਉੱਤੋਂ ਇੱਕ ਜੀਵ ਤੋਂ ਸਾਡੀਆਂ ਲੱਖ ਬਣ ਜਾਣ, ਅਤੇ ਫਿਰ ਕਹਿੰਦੇ ਲੱਖ ਤੋਂ ਵੀ ਜੇ 20 ਲੱਖ ਬਣ ਜਾਣ ਸਾਡੀਆਂ ਜੀਵਾਂ, ਅਤੇ ਫਿਰ ਉਹ 20 ਲੱਖ ਜੀਵ ਦੇ ਵਿੱਚੋਂ ਇੱਕ ਇੱਕ ਜੀਵ ਇੱਕ ਇੱਕ ਲੱਖ ਵਾਰ ਵਾਹਿਗੁਰੂ ਦਾ ਨਾਮ ਲਵੇ ਕਹਿੰਦੇ। ਅਤੇ ਮਤਲਬ ਇਸ ਤਰ੍ਹਾਂ ਕਰਦਿਆਂ, ਸਿਮਰਨ ਕਰਦਿਆਂ ਕਹਿੰਦੇ ਫਿਰ ਅਸੀਂ ਅਕਾਲ ਪੁਰਖ ਦੀ ਉਹ ਪੌੜੀ 'ਤੇ ਪਹੁੰਚ ਜਾਈਦਾ ਵੀ ਜਿੱਥੇ ਅਸੀਂ ਪਰਮਾਤਮਾ ਦੇ ਨਾਲ ਇੱਕ ਹੋ ਸਕੀਏ। ਪਰ ਕਹਿੰਦੇ ਵੀ ਇੱਥੇ ਜੇ ਆਪਾਂ ਕਹੀਏ ਕਿ ਸਾਡੇ ਸਿਮਰਨ ਦੇ ਕਰਨ ਦੇ ਨਾਲ ਸਾਡੀ ਪਰਮਾਤਮਾ ਨਾਲ ਇੱਕਮਿਕਤਾ ਹੋ ਗਈ, ਕਹਿੰਦੇ ਇਹ ਨਹੀਂ ਹੈਗਾ। ਇੱਥੇ ਇਹ ਆ ਵੀ ਜੇ ਸਾਡਾ ਆਪਾ ਭਾਵ ਗਵਾ ਗਿਆ, ਅਸੀਂ ਆਪਣਾ ਹਉਮੈ ਖਤਮ ਕਰ ਦਿੱਤਾ, ਸਿਮਰਨ ਕੀਤਾ, ਹਉਮੈ ਖਤਮ ਹੋ ਗਿਆ ਅਤੇ ਪਰਮਾਤਮਾ ਨੇ ਸਾਡੇ 'ਤੇ ਬਖਸ਼ਿਸ਼ ਕਰ ਦਿੱਤੀ, ਫਿਰ ਸਾਡੀ ਪਰਮਾਤਮਾ ਨਾਲ ਇੱਕਮਿਕਤਾ ਹੋ ਜਾਂਦੀ ਆ। ਸਿਰਫ ਇਹੀ ਨਹੀਂ ਹੈਗਾ ਕਿ ਵੀ ਅਸੀਂ ਆਪਣੀ ਜੀਵ ਦੇ ਨਾਲ, ਜੀਵ ਤੋਂ ਪਹਿਲਾਂ ਇੱਕ ਜੀਵ ਤੋਂ ਲੱਖ ਬਣੀ, ਫਿਰ ਲੱਖ ਤੋਂ 20 ਲੱਖ ਬਣ ਗਈਆਂ, ਫਿਰ 20 ਲੱਖ ਜੀਵ ਨੇ ਇੱਕ ਇੱਕ ਜੀਵ ਨੇ ਇੱਕ ਇੱਕ ਲੱਖ ਵਾਰ ਸਿਮਰਨ ਕੀਤਾ। ਇੰਨਾ ਕਰਨ ਦੇ ਨਾਲ ਵੀ ਨਹੀਂ ਵਾਹਿਗੁਰੂ ਦੀ ਪ੍ਰਾਪਤੀ, ਜਦ ਤੱਕ ਸਾਡੇ ਅੰਦਰੋਂ ਹਉਮੈ ਨਹੀਂ ਜਾਂਦੀ ਅਤੇ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੁੰਦੀ। ਦੋਨੋਂ ਚੀਜ਼ਾਂ ਨੇ। ਸਾਡੀ ਪਰਮਾਤਮਾ ਸਾਨੂੰ ਨਾਮ ਦਾਨ ਦਿੰਦੇ ਨੇ, ਅਸੀਂ ਨਾਮ ਜਪਦੇ ਹਾਂ, ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤਾਂ ਸਾਨੂੰ ਪਰਮਾਤਮਾ ਦਾ ਦਰ ਘਰ ਮਿਲ ਜਾਂਦਾ। ਸੁਣ ਗੱਲਾਂ ਆਕਾਸ ਕੀ, ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਕਹਿੰਦੇ ਇੱਦਾਂ ਫਿਰ ਜੋ ਮਤਲਬ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਉਹਨਾਂ ਦੀਆਂ ਗੱਲਾਂ ਸੁਣ ਕੇ ਕਹਿੰਦੇ ਦੂਸਰੇ ਜਿਹੜੇ ਹੁੰਦੇ ਨੇ ਇਨਸਾਨ, ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਨਾ, ਫਿਰ ਉਹ ਵੀ ਕਹਿਣ ਲੱਗ ਜਾਂਦੇ ਨੇ ਹੈ ਨਾ ਕਿ ਵੀ ਸ਼ਾਇਦ ਅਸੀਂ ਵੀ ਮਤਲਬ ਇੱਦਾਂ ਕਰਕੇ, ਮਤਲਬ ਇਹਨਾਂ ਦੀ ਰੀਸ ਕਰਕੇ ਵੀ ਅਸੀਂ ਵੀ ਪਹੁੰਚ ਜਾਵਾਂਗੇ। ਪਰ ਕਹਿੰਦੇ ਵੀ ਇਹ ਆਪਣੇ ਹੱਥ ਵੱਸ ਨਹੀਂ। ਨਾਨਕ ਨਦਰੀ ਪਾਈ ਹੈ, ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਸਭ ਕੁਛ ਹੁੰਦਾ। ਬਾਕੀ ਕੂੜੀ ਕੂੜਾ ਠੀਸ, ਬਾਕੀ ਤਾਂ ਜਿਹੜੀਆਂ ਝੂਠੀਆਂ ਗੱਲਾਂ ਉਹ ਝੂਠੀਆਂ ਹੀ ਹੁੰਦੀਆਂ ਨੇ। ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਕਹਿੰਦੇ ਸਾਡੇ ਆਪਣੇ ਹੱਥ ਵੱਸ ਕੋਈ ਜ਼ੋਰ ਨਹੀਂ। ਕਹਿੰਦੇ ਅਸੀਂ ਆਪਣੇ ਜ਼ੋਰ ਨਾਲ ਬੋਲ ਵੀ ਨਹੀਂ ਸਕਦੇ, ਆਪਣੇ ਜ਼ੋਰ ਨਾਲ ਚੁੱਪ ਵੀ ਨਹੀਂ ਰਹਿ ਸਕਦੇ। ਜ਼ੋਰ ਨਾ ਮੰਗਣ, ਨਾ ਹੀ ਅਸੀਂ ਜ਼ੋਰ ਨਾਲ ਆਪਣੇ ਕਿਤੇ ਦੇ ਸਕਦੇ ਹਾਂ, ਅਤੇ ਦੇਣ ਨਾ ਜ਼ੋਰ, ਨਾ ਹੀ ਮੰਗ ਸਕਦੇ ਹਾਂ। ਜ਼ੋਰ ਨਾ ਮੰਗਣ, ਨਾ ਹੀ ਜ਼ੋਰ ਨਾਲ ਮੰਗ ਸਕਦੇ ਹਾਂ, ਅਤੇ ਨਾ ਹੀ ਜ਼ੋਰ ਨਾਲ ਦੇ ਸਕਦੇ ਹਾਂ। ਆਪਣੇ ਜ਼ੋਰ ਨਾਲ ਸਾਡਾ ਕੋਈ ਜ਼ੋਰ ਨਹੀਂ। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜੀਵਨ ਮਰਨ ਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ। ਜਿਸ ਤਰ੍ਹਾਂ ਆਪਾਂ ਨੂੰ ਪਤਾ ਸਾਡਾ ਜਨਮ ਮਰਨ ਪਰਮਾਤਮਾ ਦੇ ਹੱਥ ਵਿੱਚ ਆ, ਸਾਡੇ ਵਿੱਚ ਕੋਈ ਜ਼ੋਰ ਨਹੀਂ ਇਹਦੇ ਲਈ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਕਹਿੰਦੇ ਸਭ ਜਿਹੜਾ ਜ਼ੋਰ ਆ, ਸਭ ਜੋ ਬਲ ਆ, ਸਭ ਕੁਛ ਜੋ ਇੱਥੇ ਹੋ ਰਿਹਾ ਉਹ ਪਰਮਾਤਮਾ ਵੱਲੋਂ ਹੋ ਰਿਹਾ। ਕਹਿੰਦੇ ਵੀ ਉੱਤਮ ਅਤੇ ਨੀਚ ਵੀ ਕੋਈ ਨਿਗਾ ਆਪਣੇ ਆਪ ਵਿੱਚ। ਜੋ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਕੋਈ ਦੁਰਾਚਾਰੀ ਬਣਿਆ, ਕੋਈ ਸਦਾਚਾਰੀ ਬਣਿਆ। ਸਾਡੇ ਆਪਣੇ ਹੱਥ ਵੱਸ ਕੋਈ ਜ਼ੋਰ ਨਹੀਂ ਹੈਗਾ ਕਿਸੇ ਚੀਜ਼ ਵੀ ਲਈ ਨਹੀਂ।
ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਕਹਿੰਦੇ ਪਰਮਾਤਮਾ ਨੇ ਜਿਸ ਤਰ੍ਹਾਂ ਰਾਤ ਬਣਾ ਕੇ, ਰੁੱਤਾਂ ਬਣਾ ਕੇ, ਥਿੱਤਾਂ ਬਣਾ ਕੇ, ਵਾਰ ਦਿਨ ਬਣਾ ਕੇ, ਪਾਣੀ ਪਵਨ ਅਗਨੀ ਪਾਤਾਲ, ਇਹ ਸਭ ਕੁਛ ਬਣਾ ਕੇ ਇੱਕ ਧਰਤੀ ਸਾਜੀ ਆ। ਧਰਤੀ ਕਿਸ ਲਈ ਸਾਜੀ ਆ? ਧਰਮਸਾਲ ਬਣਾਈ ਆ ਵੀ ਇੱਥੇ ਧਰਮ ਦੀ ਕਮਾਈ ਹੋ ਸਕੇ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਹਿੰਦੇ ਇਸ ਧਰਤੀ ਦੇ ਉੱਤੇ ਫਿਰ ਬਹੁਤ ਤਰ੍ਹਾਂ ਦੇ ਜੀ ਨੇ, ਜਿਹੜੇ ਅਲੱਗ ਤਰ੍ਹਾਂ ਦੀ ਜਿਨ੍ਹਾਂ ਦੀ ਜੁਗਤਾਂ ਨੇ, ਰੰਗ ਨੇ, ਜਿਨ੍ਹਾਂ ਦੇ ਅਲੱਗ-ਅਲੱਗ ਨਾਮ ਨੇ, ਅਨੇਕਾਂ ਤਰ੍ਹਾਂ ਦੇ, ਹੈ ਨਾ। ਕਰਮੀ ਕਰਮੀ ਹੋਏ ਵਿਚਾਰ, ਕਹਿੰਦੇ ਸਾਰੇ ਜੀਵਾਂ ਦੀ ਜਿਹੜੀ ਹੈਗੀ ਹੈ ਕਰਮਾਂ ਦੀ ਵਿਚਾਰ ਪਰਮਾਤਮਾ ਵੱਲੋਂ ਹੁੰਦੀ ਆ ਅਤੇ ਧਰਮ ਰਾਏ ਦੇ ਲੇਖੇ ਦੇ ਹਿਸਾਬ ਨਾਲ ਹੁੰਦੀ ਆ। ਸੱਚਾ ਆਪ ਸੱਚਾ ਦਰਬਾਰ, ਪਰਮਾਤਮਾ ਅਕਾਲ ਪੁਰਖ ਸੱਚਾ ਹੈ ਅਤੇ ਉਹਦਾ ਦਰਬਾਰ ਵੀ ਸੱਚਾ ਹੈ। ਤਿੱਥੇ ਸੋਹਣ ਪੰਚ ਪਰਵਾਨ, ਉਹਦੇ ਦਰਬਾਰ ਵਿੱਚ ਜਿੱਦਾਂ ਪਿੱਛੇ ਆਪਾਂ ਪੰਚਾਂ ਦੀ ਗੱਲ ਕਰਕੇ ਆਏ ਸੀ, ਉਹ ਪੰਜ ਜਿਨ੍ਹਾਂ ਨੇ ਨਾਮ ਜਪਿਆ ਉਹ ਉਹਨਾਂ ਨੂੰ ਸੋਭਾ ਮਿਲਦੀ ਆ। ਨਦਰੀ ਕਰਮ ਪਵੈ ਨਿਸ਼ਾਨ, ਪਰਮਾਤਮਾ ਦੀ ਨਦਰ ਦੇ ਨਾਲ, ਪਰਮਾਤਮਾ ਦੀ ਜਿੱਦਾਂ ਕਹਿੰਦੇ ਨੇ ਵੀ ਫਜ਼ਲ ਦੇ ਨਾਲ, ਕਿਰਪਾ ਦੇ ਨਾਲ ਫਿਰ ਉਹਨਾਂ ਦੇ ਮੂੰਹ ਦੇ ਉੱਪਰ ਪਰਮਾਤਮਾ ਦੀ ਇਹਨਾਂ ਨੇ ਸਿਫਤ ਕੀਤੀ ਹੈ, ਨਿਸ਼ਾਨ ਉਹਨਾਂ ਦੇ ਮੂੰਹ ਦੇ ਉੱਪਰ ਝੂਲਦੇ ਨੇ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੇ ਜਾਏ, ਕਹਿੰਦੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਕੌਣ ਕੱਚਾ, ਕੌਣ ਪੱਕਾ, ਕੌਣ ਮਨਮੁਖ, ਕੌਣ ਗੁਰਮੁਖ, ਸਭ ਕੁਛ ਉੱਥੇ ਗਿਆ ਪਤਾ ਲੱਗਦਾ, ਕਿਉਂਕਿ ਉੱਥੇ ਸਾਰੇ ਲੇਖੇ ਦੇ ਹਿਸਾਬ ਨਾਲ ਨਿਬੇੜੇ ਹੁੰਦੇ ਨੇ। ਧਰਮ ਖੰਡ ਕਾ ਇਹੋ ਧਰਮ, ਇਹ ਜਿਹੜਾ ਹੁਣ ਸਾਰਾ ਆਪਾਂ ਦੱਸ ਕੇ ਆਏ ਨਾ, ਇਹ ਕਹਿੰਦੇ ਵੀ ਇਹ ਧਰਮ ਖੰਡ ਦਾ ਇਹ ਧਰਮ ਆ ਵੀ ਧਰਤੀ ਧਰਮਸਾਲ ਬਣਾਈ ਹੈ ਧਰਮ ਕੌਣ ਲਈ। ਉੱਥੇ ਬਹੁਤ ਤਰ੍ਹਾਂ ਦੇ ਜੀ ਜੰਤ ਨੇ, ਦੁਨੀਆ ਹੈਗੀ ਆ ਜਿਨ੍ਹਾਂ ਦੇ ਅਨੇਕਾਂ ਨਾਂ ਨੇ, ਰੰਗ ਨੇ, ਫਿਰ ਉਹ ਕਿਸ ਤਰ੍ਹਾਂ ਦੇ ਕੰਮ ਕਰਦੇ ਨੇ, ਉਹਨਾਂ ਦਾ ਇਸ ਹਿਸਾਬ ਨਾਲ ਨਿਬੇੜਾ ਹੋ ਕੇ ਉਹ ਧਰਤੀ 'ਤੇ ਆਏ ਹੁੰਦੇ ਨੇ। ਫਿਰ ਉਹ ਆਪਣੇ ਪੁਰਾਣੇ ਸੰਸਕਾਰਾਂ ਦੇ ਹਿਸਾਬ ਨਾਲ ਆਪਣੇ ਕਰਮ ਕਰਦੇ ਨੇ, ਹੈ ਨਾ। ਅਤੇ ਜੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਆ ਤਾਂ ਉਹਨਾਂ ਦੇ ਪੁਰਾਣੇ ਕਰਮ ਮਿਟੇ ਜਾਂਦੇ ਨੇ, ਫਿਰ ਉਹ ਨਵੇਂ ਸਿਰੇ ਉਹਨਾਂ ਦੇ ਕਰਮ ਸ਼ੁਰੂ ਹੁੰਦੇ ਨੇ। ਸਭ ਪਰਮਾਤਮਾ ਦੀ ਬਖਸ਼ਿਸ਼ ਆ। ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਹੁਣ ਕਹਿੰਦੇ ਵੀ ਜਿਹੜਾ ਗਿਆਨ ਖੰਡ ਆ, ਪਹਿਲਾ ਧਰਮ ਖੰਡ ਆ ਜਿੱਥੇ ਧਰਮ ਦੀ ਮਤਲਬ ਸ਼ੁਰੂਆਤ ਹੁੰਦੀ ਆ। ਧਰਮ ਨੂੰ ਕਹਿੰਦੇ ਮਤਲਬ ਪ੍ਰਫੁੱਲਤ ਕੀਤਾ ਜਾਂਦਾ। ਫਿਰ ਉਹ ਤੋਂ ਬਾਅਦ ਗਿਆਨ ਖੰਡ ਹੁੰਦਾ, ਜਦੋਂ ਬੰਦਾ ਧਾਰਮਿਕ ਬਣਦਾ ਫਿਰ ਉਹਦੇ ਅੰਦਰ ਗਿਆਨ ਉਪਜਦਾ। ਫਿਰ ਗਿਆਨ ਖੰਡ ਦਾ ਕਹਿੰਦੇ ਹੁਣ ਇਹ ਹੁੰਦਾ, ਗਿਆਨ ਖੰਡ ਦੀ ਹੁਣ ਦੱਸ ਰਹੇ ਨੇ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਗਿਆਨ ਖੰਡ ਦੇ ਵਿੱਚ ਬਹੁਤ ਤਰ੍ਹਾਂ ਦੀ ਪਵਨ ਆ, ਪਾਣੀ ਆ, ਵੈ ਸੰਤਰ ਆ, ਕਿੰਨੇ ਤਰ੍ਹਾਂ ਦੇ ਉੱਥੇ ਕ੍ਰਿਸ਼ਨ ਨੇ, ਸ਼ਿਵ ਨੇ। ਕੇਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ। ਕਿੰਨੇ ਤਰ੍ਹਾਂ ਦੇ ਬਰਮੇ ਦੁਆਰਾ ਅਲੱਗ ਅਲੱਗ ਤਰ੍ਹਾਂ ਦੀ ਉੱਥੇ ਦੁਨੀਆ ਦੇ ਮਤਲਬ ਬਣਤਰ ਬਣਾਈ ਜਾਂਦੀ ਆ। ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ। ਉੱਥੇ ਕਿੰਨੇ ਤਰ੍ਹਾਂ ਦੀਆਂ ਕਰਮ ਭੂਮੀਆਂ ਨੇ, ਕਿੱਡੇ ਕਿੱਡੇ ਮੇਰ ਪਰਬਤ ਨੇ, ਉੱਥੇ ਕਿੰਨੇ ਤਰ੍ਹਾਂ ਦੇ ਧਰੂ ਭਗਤ ਨੇ, ਫਿਰ ਉਹਨੂੰ ਉਪਦੇਸ਼ ਦੇਣ ਵਾਲੇ ਕਿੰਨੇ ਤਰ੍ਹਾਂ ਦੇ ਨਾਰਦ ਨੇ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਉੱਥੇ ਕਹਿੰਦੇ ਬਹੁਤ ਤਰ੍ਹਾਂ ਦੇ ਇੰਦਰ ਨੇ, ਚੰਦ ਨੇ, ਸੂਰਜ ਨੇ, ਹੋਰ ਮਤਲਬ ਦੇਸ਼ ਨੇ, ਹੋਰ ਮੰਡਲ ਨੇ। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ। ਉੱਥੇ ਬਹੁਤ ਤਰ੍ਹਾਂ ਦੇ ਸਿੱਧ ਨੇ, ਬੁੱਧ ਨੇ, ਨਾਥ ਨੇ, ਦੇਵੀਆਂ ਨੇ, ਜਿਨ੍ਹਾਂ ਦੇ ਅਲੱਗ ਅਲੱਗ ਵੇਸ ਨੇ। ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ। ਉੱਥੇ ਬਹੁਤ ਹੀ ਕੇਤੇ ਹੁੰਦਾ ਵੀ ਬਹੁਤ ਅਲੱਗ ਅਲੱਗ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਦੇਵਤੇ ਨੇ, ਰਾਕਸ਼ਸ ਨੇ, ਮੁਨੀ ਨੇ, ਹੋਰ ਸਮੁੰਦਰ ਨੇ ਜੋ ਰਤਨਾਂ ਨਾਲ ਭਰੇ ਨੇ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਉੱਥੇ ਹੋਰ ਬਹੁਤ ਤਰ੍ਹਾਂ ਦੇ ਜੀਵ ਜੰਤ ਨੇ ਜਿਨ੍ਹਾਂ ਦੀਆਂ ਅਲੱਗ ਅਲੱਗ ਬਾਣੀਆਂ ਨੇ, ਅਲੱਗ ਤਰ੍ਹਾਂ ਦੇ ਰਾਜੇ ਨੇ, ਨਰਿੰਦ। ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨ ਅੰਤ।
ਕਹਿੰਦੇ ਉੱਥੇ ਵੀ ਬਹੁਤ ਇੱਦਾਂ ਦੇ ਭਗਤ ਬੈਠੇ ਨੇ ਜਿਨ੍ਹਾਂ ਦੀ ਸੁਰਤੀਆਂ ਜੁੜੀਆਂ ਹੋਈਆਂ ਨੇ, ਜਿਹੜੇ ਸੇਵਕ ਨੇ। ਨਾਨਕ ਜੀ ਕਹਿੰਦੇ ਨੇ ਵੀ ਕੋਈ ਅੰਤ ਨਹੀਂ ਗਾ। ਗਿਆਨ ਖੰਡ ਦੇ ਵਿੱਚ ਵੀ ਬਹੁਤ ਦੁਨੀਆ ਪਹੁੰਚੀ ਹੋਈ ਹੈ ਜਿਨ੍ਹਾਂ ਦੀ ਮਾਨਸਿਕ ਅਵਸਥਾ ਗਿਆਨ ਖੰਡ ਵਾਲੀ ਆ। ਕੋਈ ਕਹਿੰਦੇ ਉਹਦਾ ਵੀ ਅੰਤ ਨਹੀਂ ਹੈਗਾ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਕਹਿੰਦੇ ਜਿਹੜਾ ਗਿਆਨ ਖੰਡ ਆ ਉਹਦੇ ਵਿੱਚ ਗਿਆਨ ਦਾ ਬੋਲਬਾਲਾ ਹੁੰਦਾ, ਜਿਸ ਇਨਸਾਨ ਦਾ ਗਿਆਨ ਬਹੁਤ ਉੱਚਾ ਹੋਇਆ ਹੁੰਦਾ। ਤਿੱਥੇ ਨਾਦ ਵਿਨੋਦ ਕੋਡ ਆਨੰਦ, ਕਹਿੰਦੇ ਉੱਥੇ ਬਹੁਤ ਤਰ੍ਹਾਂ ਦੇ ਨਾਦ ਤਮਾਸ਼ੇ, ਮਤਲਬ ਇੱਦਾਂ ਦੇ ਅਲੱਗ-ਅਲੱਗ ਕੌਤਕਾਂ ਦੇ, ਕਹਿੰਦੇ ਉਹਨਾਂ ਨੂੰ ਜਿੱਦਾਂ ਸਵਾਦ ਆਉਂਦਾ ਉੱਥੇ, ਮਤਲਬ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਦਾ ਆਨੰਦ ਮਾਣਦੇ ਨੇ ਉਸ ਖੰਡ ਵਿੱਚ। ਫਿਰ ਉਹ ਤੋਂ ਅਗਲਾ ਖੰਡ ਆ ਗਿਆ ਸਰਮ ਖੰਡ ਕੀ ਬਾਣੀ ਰੂਪ। ਕਹਿੰਦੇ ਕਿ ਜਿਹੜੀ ਸਰਮ ਖੰਡ ਆ ਉਹਦੇ ਵਿੱਚ ਜਿਹੜੀ ਬਾਣੀ ਹੁੰਦੀ ਆ ਨਾ, ਸਰਮ ਖੰਡ ਵਿੱਚ ਪਹੁੰਚਣ ਵਾਲਿਆਂ ਦੀ, ਉਹ ਸੁੰਦਰ ਹੋ ਜਾਂਦੀ ਆ ਬੋਲ ਬਾਣੀ। ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਕਹਿੰਦੇ ਉੱਥੇ ਉਹਨਾਂ ਦੀ ਬਹੁਤ ਤਰ੍ਹਾਂ ਨਾਲ ਘਾੜਤ ਘੜੀ ਜਾਂਦੀ ਹੈ ਜੋ ਸੁੰਦਰ ਹੁੰਦੀ ਆ, ਉਹਨਾਂ ਦੇ ਮਨ ਦੀ ਜਿਹੜੀ ਹਾਲਤ ਹੁੰਦੀ ਆ। ਤਾਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਕਹਿੰਦੇ ਜਿਹੜੇ ਸਰਮ ਖੰਡ ਦੇ ਕਹਿੰਦੇ ਹੈਗੀ ਆ ਅਵਸਥਾ ਨਾ, ਉਹਦੀ ਫਿਰ ਜਿਹੜੇ ਪਹੁੰਚੇ ਉਸ ਅਵਸਥਾ 'ਚ ਜਿਹੜੇ ਪਹੁੰਚ ਗਏ ਨੇ, ਉਹਦੇ ਬਾਰੇ ਜੇ ਕੋਈ ਕਹੇ ਵੀ ਅਸੀਂ ਕਹਿ ਦਈਏ ਕਿ ਵੀ ਉਹਨਾਂ ਦੀ ਅਵਸਥਾ ਦੀ ਇਹ ਮਤਲਬ ਲੱਛਣ ਨੇ, ਕੋਈ ਦੱਸ ਨਹੀਂ ਸਕਦਾ, ਫਿਰ ਉਹ ਪਿੱਛੋਂ ਉਹਨੂੰ ਪਛਤਾਉਣਾ ਪੈਂਦਾ ਕਿਉਂਕਿ ਉਹ ਦੱਸਣ ਤੋਂ ਅਸਮਰੱਥ ਹੁੰਦੇ ਨੇ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਉੱਥੇ ਕਹਿੰਦੇ ਮਨ ਦੀ ਬੁੱਧੀ ਘੜੀ ਜਾਂਦੀ ਆ, ਉਹਨਾਂ ਦੀ ਸੁਰਤ ਘੜੀ ਜਾਂਦੀ ਆ, ਮਤ ਘੜੀ ਜਾਂਦੀ ਆ, ਉੱਚੀ ਹੁੰਦੀ ਆ। ਤਿੱਥੇ ਘੜੀਏ ਸੁਰਾ ਸਿੱਧਾਂ ਕੀ ਸੁੱਧ, ਉਸ ਅਵਸਥਾ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀ ਹੁੰਦੀ ਆ ਬੁੱਧ ਸੁਰਾਂ ਦੇਵਤਿਆਂ ਵਰਗੀ ਹੁੰਦੀ ਆ, ਸਿੱਧਾਂ ਵਰਗੀ ਉਹਨਾਂ ਦੀ ਸੁੱਧ ਹੁੰਦੀ ਆ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਹੁਣ ਕਹਿੰਦੇ ਨੇ ਕਰਮ ਖੰਡ, ਸਰਮ ਖੰਡ ਤੋਂ ਬਾਅਦ ਫਿਰ ਕਰਮ ਖੰਡ ਦਾ ਹੁਣ ਦੱਸ ਰਹੇ ਨੇ ਕਿ ਕਰਮ ਖੰਡ ਦੀ ਜਿਹੜੀ ਬਾਣੀ ਹੁੰਦੀ ਆ ਬੜੇ ਜ਼ੋਰ ਵਾਲੀ ਹੁੰਦੀ ਆ। ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਕਹਿੰਦੇ ਉੱਥੇ ਕੋਈ ਹੋਰ ਨਹੀਂ ਹੁੰਦਾ, ਉੱਥੇ ਬਹੁਤ ਵੱਡੇ ਯੋਧੇ ਮਹਾਬਲੀ ਸੂਰਮੇ ਹੁੰਦੇ ਨੇ, ਉਹਨਾਂ ਦੀ ਬਾਣੀ ਵਿੱਚ ਜ਼ੋਰ ਹੁੰਦਾ। ਤਿੰਨ ਮਹਿ ਰਾਮ ਰਿਹਾ ਭਰਪੂਰ, ਕਹਿੰਦੇ ਉਹਨਾਂ ਵਿੱਚ ਅਕਾਲ ਪੁਰਖ ਆਪ ਵਸਦਾ ਹੈ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਕਹਿੰਦੇ ਵੀ ਉੱਥੇ ਜਿਹੜੇ ਵਸਣ ਵਾਲੇ ਨੇ ਜਿਨ੍ਹਾਂ ਦੀ ਮਨ ਦੀ ਅਵਸਥਾ ਉਹ ਆ ਨਾ, ਉਹਨਾਂ ਦੇ ਕਹਿੰਦੇ ਮਨ ਦੇ ਵਿੱਚ ਅਕਾਲ ਪੁਰਖ ਦਾ ਜਿਹੜਾ ਪ੍ਰੇਮ ਆ ਸੀਤਾ ਹੋਇਆ ਹੁੰਦਾ। ਜਿਵੇਂ ਆਪਾਂ ਕਹਿੰਦੇ ਕਿਸੇ ਚੀਜ਼ ਨੂੰ ਕਿਸੇ ਨਾਲ ਸੀਂ ਦਿੱਤਾ, ਇੱਦਾਂ ਅਕਾਲ ਪੁਰਖ ਦਾ ਪ੍ਰੇਮ ਉਹਨਾਂ ਦੇ ਮਨ ਵਿੱਚ ਸੀਤਾ ਹੋਇਆ ਹੁੰਦਾ। ਤਾਕੇ ਰੂਪ ਨਾ ਕਥਨੇ ਜਾਹੇ, ਕਹਿੰਦੇ ਉਹਨਾਂ ਦੇ ਰੂਪ ਬੜੇ ਹੀ ਸੁੰਦਰ ਹੁੰਦੇ ਨੇ, ਕਥੇ ਨਹੀਂ ਜਾ ਸਕਦੇ, ਦੱਸੇ ਨਹੀਂ ਜਾ ਸਕਦੇ। ਨਾ ਉਹ ਮਰੇ ਨਾ ਠਾਗੇ ਜਾਹੇ, ਕਹਿੰਦੇ ਨਾ ਤਾਂ ਉਹਨਾਂ ਨੂੰ ਆਤਮਕ ਮੌਤ ਆਉਂਦੀ ਆ ਤੇ ਨਾ ਹੀ ਵਿਕਾਰ ਉਹਨਾਂ ਨੂੰ ਠੱਗ ਸਕਦੇ ਨੇ ਉਸ ਅਵਸਥਾ 'ਤੇ ਪਹੁੰਚਿਆ ਹੋਇਆਂ ਨੂੰ। ਜਿਨ ਕੈ ਰਾਮ ਵਸੇ ਮਨ ਮਾਹੇ, ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਵਸਦੇ ਨੇ, ਉਹਨਾਂ ਦੀ ਇਹ ਮਤਲਬ ਮਨ ਦੀ ਅਵਸਥਾ ਹੁੰਦੀ ਆ। ਤਿੱਥੇ ਭਗਤ ਵਸੈ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ, ਕਹਿੰਦੇ ਉਸ ਅਵਸਥਾ ਦੇ ਵਿੱਚ ਮਤਲਬ ਅਲੱਗ-ਅਲੱਗ ਲੋਕਾਂ ਦੇ ਭਗਤ, ਅਲੱਗ-ਅਲੱਗ ਭਵਨਾਂ ਦੇ ਭਗਤ ਉੱਥੇ ਵਸਦੇ ਨੇ, ਉਹਨਾਂ ਦੇ ਮਨ ਵਿੱਚ ਸੱਚੇ ਅਕਾਲ ਪੁਰਖ ਦਾ ਆਨੰਦ ਹੁੰਦਾ। ਸੱਚਖੰਡ ਵਸੈ ਨਿਰੰਕਾਰ, ਇਹ ਸਭ ਤੋਂ ਆਖਰੀ ਵਾਲੀ ਮੰਜ਼ਿਲ ਦੱਸਦੇ ਨੇ, ਸੱਚਖੰਡ ਵਸੈ ਨਿਰੰਕਾਰ। ਇਸ ਅਵਸਥਾ ਦੇ ਵਿੱਚ ਨਿਰੰਕਾਰ ਵਸਦੇ ਨੇ, ਮਤਲਬ ਇਸ ਅਵਸਥਾ 'ਤੇ ਪਹੁੰਚ ਕੇ ਇਨਸਾਨ ਪੂਰਾ ਅਕਾਲ ਪੁਰਖ ਦਾ ਰੂਪ ਹੋ ਜਾਂਦਾ। ਸੱਚਖੰਡ ਵਸੈ ਨਿਰੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਕਹਿੰਦੇ ਉੱਥੇ ਸੱਚਖੰਡ ਦੇ ਵਿੱਚ ਅਕਾਲ ਪੁਰਖ ਆਪਣੀ ਸ੍ਰਿਸ਼ਟੀ ਨੂੰ ਸੰਭਾਲਦਾ ਅਤੇ ਆਪਣੀ ਸ੍ਰਿਸ਼ਟੀ ਨੂੰ ਦੇਖ ਕੇ ਖੁਸ਼ ਹੁੰਦਾ ਅਤੇ ਉਹਦੇ 'ਤੇ ਮਿਹਰਾਂ ਕਰਦਾ। ਤਿੱਥੇ ਖੰਡ ਮੰਡਲ ਵਰ ਭੰਡ, ਉੱਥੇ ਕਹਿੰਦੇ ਜਿਹੜੇ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਉਹਨਾਂ ਨੂੰ ਫਿਰ ਹੋਰ ਖੰਡ ਮੰਡਲ ਵਰ ਭੰਡ ਜਿਹੜੇ ਨੇ ਉਹਨਾਂ ਨੂੰ ਜਾਣਕਾਰੀ ਹੋਣੀ ਸ਼ੁਰੂ ਹੋ ਜਾਂਦੀ ਆ। ਜੇ ਕੋ ਕਥੇ ਤਾਂ ਅੰਤ ਨਾ ਅੰਤ, ਕਹਿੰਦੇ ਜਿਹੜੇ ਉੱਥੇ ਮਤਲਬ ਹੈਗੇ ਨੇ ਹੋਰ ਭਵਨ ਖੰਡ ਮੰਡਲ ਵਰ ਭੰਡ ਨੇ, ਉਹਨਾਂ ਬਾਰੇ ਕਥਿਆ ਨਹੀਂ ਜਾ ਸਕਦਾ, ਉਹਨਾਂ ਦਾ ਕੋਈ ਅੰਤ ਨਹੀਂ ਲਿਆ ਜਾ ਸਕਦਾ।
ਤਿੱਥੈ ਲੋ ਲੋ ਆਕਾਰ, ਉੱਥੇ ਹੋਰ ਬਹੁਤ ਤਰ੍ਹਾਂ ਦੇ ਲੋਕ ਨੇ, ਉਹਨਾਂ ਦੇ ਹੋਰ ਬਹੁਤ ਤਰ੍ਹਾਂ ਦੇ ਆਕਾਰ ਨੇ। ਜਿਵ ਜਿਵ ਹੁਕਮ ਤਿਵੇ ਤਿਵਕਾਰ, ਹਰ ਇੱਕ ਜਗ੍ਹਾ 'ਤੇ ਪਰਮਾਤਮਾ ਦੀ ਕਰਨੀ ਚੱਲ ਰਹੀ ਆ। ਜਿਵੇਂ ਜਿਵੇਂ ਪਰਮਾਤਮਾ ਨੂੰ ਭਾਉਂਦਾ ਹੈਗਾ ਉਸ ਤਰ੍ਹਾਂ ਪਰਮਾਤਮਾ ਆਪਣੀ ਕਾਰ ਚਲਾ ਰਹੇ ਨੇ ਹਰ ਇੱਕ ਜਗ੍ਹਾ 'ਤੇ। ਵੇਖੈ ਵਿਗਸੇ ਕਰ ਵਿਚਾਰ, ਅਤੇ ਪਰਮਾਤਮਾ ਆਪਣੀ ਸ੍ਰਿਸ਼ਟੀ ਨੂੰ ਦੇਖ ਕੇ ਵਿਗਸਦਾ ਹੈ, ਹਮੇਸ਼ਾ ਖੁਸ਼ ਰਹਿੰਦਾ, ਮਨ ਆਨੰਦ 'ਚ ਹੈ ਪਰਮਾਤਮਾ ਦਾ ਹਮੇਸ਼ਾ, ਅਤੇ ਆਪਣੀ ਸ੍ਰਿਸ਼ਟੀ 'ਤੇ ਵਿਚਾਰ ਕਰਦਾ ਹੈ ਅਕਾਲ ਪੁਰਖ। ਨਾਨਕ ਕਥਨਾ ਕੜਰਾ ਸਾਰ, ਕਹਿੰਦੇ ਵੀ ਇਸ ਜਿਹੜੀ ਮਤਲਬ ਸੱਚਖੰਡ ਦੀ ਜਿਹੜੀ ਹੈਗੀ ਆ ਮਤਲਬ ਉੱਥੋਂ ਦਾ ਜਿਹੜਾ ਮਾਹੌਲ ਆ ਵੀ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਉਹ ਕਿੰਨਾ ਔਖਾ, ਨਾਨਕ ਕਥਨਾ ਕਰੜਾ ਸਾਰ, ਕਹਿੰਦੇ ਜਿੱਦਾਂ ਕਹਿੰਦੇ ਲੋਹੇ ਨੂੰ ਚਬਾਉਣਾ ਔਖਾ ਨਾ, ਚਬਾਇਆ ਨਹੀਂ ਜਾ ਸਕਦਾ, ਇਵੇਂ ਕਹਿੰਦੇ ਜਿਹੜਾ ਸੱਚਖੰਡ ਆ ਨਾ ਉਹਦਾ ਵਰਣਨ ਕੀਤਾ ਨਹੀਂ ਜਾ ਸਕਦਾ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਓ, ਭਾਂਡਾ ਭਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਕਹਿੰਦੇ ਵੀ ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ, ਜਿਹਦੇ ਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ, ਫਿਰ ਉਹ ਕੀ ਕਰਦੇ ਨੇ, ਉਹਨਾਂ ਦੀ ਕਹਿੰਦੇ ਹੈਗਾ ਜਿਹੜੀ ਭੱਠੀ ਹੈਗੀ ਆ ਉਹ ਤਾਂ ਉਹਨਾਂ ਦੀ ਜੱਤ ਹੁੰਦਾ, ਜੱਤ ਉਹਨਾਂ ਦੀ ਭੱਠੀ ਬਣ ਜਾਂਦੀ ਆ, ਧੀਰਜ ਉਹਨਾਂ ਦਾ ਸੁਨਿਆਰ ਬਣ ਜਾਂਦਾ। ਉਹਨਾਂ ਕੋਲ ਜੱਤ ਹੁੰਦਾ ਅਤੇ ਉਹਨਾਂ ਕੋਲ ਧੀਰਜ ਹੁੰਦਾ। ਅਹਰਣ ਮਤ ਵੇਦ ਹਥਿਆਰ, ਕਹਿੰਦੇ ਫਿਰ ਜਿਹੜੀ ਉਹਨਾਂ ਦੀ ਮੱਤ ਹੁੰਦੀ ਆ ਉਹ ਮਤਲਬ ਲੋਹੇ ਦੀ ਹੁੰਦੀ ਆ, ਅਤੇ ਵੇਦ ਹਥਿਆਰ ਜਿਹੜਾ ਗਿਆਨ ਹੁੰਦਾ ਉਸ ਐਰਨ ਨੂੰ ਕੁੱਟਣ ਵਾਲਾ ਹਥੌੜਾ ਬਣ ਜਾਂਦਾ। ਭਉ ਖਲਾ ਅਗਨ ਤਪ ਤਾਓ, ਕਹਿੰਦੇ ਜਿਹੜਾ ਪਰਮਾਤਮਾ ਦਾ ਭਉ ਹੈਗਾ ਉਹ ਉਹਨਾਂ ਦੀ ਧੌਂਕਣੀ ਬਣ ਜਾਂਦੀ ਆ, ਫੂਕ ਮਾਰਨ ਵਾਲੀ ਭੱਠੀ 'ਚ। ਅਗਨ ਤਪ ਤਾਓ, ਕਹਿੰਦੇ ਅਗਨੀ ਦਾ ਤਪ ਹੁੰਦਾ, ਜਿਹੜੀ ਮਤਲਬ ਹੁੰਦਾ ਤਪ, ਉਹਦੀ ਅਗਨੀ ਬਣ ਜਾਂਦੀ ਆ। ਭਾਂਡਾ ਭਉ, ਫਿਰ ਉਹਨਾਂ ਕੋਲ ਜਿਹੜਾ ਹੁੰਦਾ ਪਿਆਰ ਵਾਲਾ ਭਾਂਡਾ ਹੁੰਦਾ, ਅਤੇ ਉਹਦੇ ਵਿੱਚ ਫਿਰ ਉਹ ਅੰਮ੍ਰਿਤ ਨੂੰ ਢਾਲ ਕੇ ਪਾਉਂਦੇ ਨੇ। ਅਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਸਾਰਾ ਬਣਾਇਆ ਹੋਇਆ ਇਹ ਪੂਰਾ ਜਿਹੜਾ ਆਪਾਂ ਹੁਣ ਤਸਵੀਰ ਖਿੱਚੀ ਆ, ਇਹਦੇ ਵਿੱਚ ਫਿਰ ਉਹ ਘੜੀਏ ਸ਼ਬਦ ਸੱਚੀ ਟਕਸਾਲ, ਇਹ ਸੱਚੀ ਟਕਸਾਲ ਬਣੀ ਹੁੰਦੀ ਆ, ਇਹਦੇ ਵਿੱਚ ਉਹ ਫਿਰ ਪਰਮਾਤਮਾ ਦਾ ਨਾਮ ਰੂਪੀ ਸ਼ਬਦ ਕੱਢਦੇ ਨੇ। ਇਸ ਤਰ੍ਹਾਂ ਮਤਲਬ ਸਾਰੇ ਜਿਹੜੇ ਇਹ ਹੈਗੇ ਨੇ ਉਹਨਾਂ ਕੋਲ ਜੱਤ ਹੁੰਦਾ, ਧੀਰਜ ਹੁੰਦਾ, ਉਹਨਾਂ ਦੀ ਜਿਹੜੀ ਮੱਤ ਹੁੰਦੀ ਆ ਉਹਦੇ ਵਿੱਚ ਗਿਆਨ ਹੁੰਦਾ, ਫਿਰ ਉਹਨਾਂ ਦੇ ਵਿੱਚ ਦਿਲ ਦੇ ਵਿੱਚ ਪਰਮਾਤਮਾ ਲਈ ਪਿਆਰ ਹੋ ਜਾਂਦਾ, ਫਿਰ ਉਹਨਾਂ ਨੇ ਤਪ ਕੀਤਾ ਹੁੰਦਾ, ਅਗਨੀ ਹੁੰਦੀ ਹੈ ਤਪ ਦੀ, ਫਿਰ ਉਹਨਾਂ ਦੇ ਮਨ ਦੇ ਵਿੱਚ ਭਾਂਡਾ ਹੁੰਦਾ, ਜਿਹੜਾ ਭਾਵ ਹੁੰਦਾ, ਪ੍ਰੇਮ ਹੁੰਦਾ, ਫਿਰ ਉਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਢਾਲ ਕੇ ਪਾਉਂਦੇ ਨੇ, ਹੈ ਨਾ, ਘੜੀਏ ਸ਼ਬਦ ਸੱਚੀ ਟਕਸਾਲ। ਅਤੇ ਫਿਰ ਇਸ ਤਰ੍ਹਾਂ ਉਹ ਜਿਹੜਾ ਨਾਮ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਆ, ਫਿਰ ਇਸ ਤਰ੍ਹਾਂ ਉਹ ਪਰਮਾਤਮਾ ਦਾ ਨਾਮ ਲੈਂਦੇ ਨੇ। ਪਰ ਉਹ ਲੈਂਦੇ ਨੇ ਜਿਨ ਕੋ ਨਦਰ ਕਰਮ ਤਿਨਕਾਰ, ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਨਦਰ ਹੁੰਦੀ ਆ, ਕਿਰਪਾ ਹੁੰਦੀ ਆ। ਨਾਨਕ ਨਦਰੀ ਨਦਰ ਨਿਹਾਲ, ਇਸ ਤਰ੍ਹਾਂ ਫਿਰ ਉਹਨਾਂ ਨੂੰ ਪਰਮਾਤਮਾ ਆਪਣੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਨਿਹਾਲ ਕਰ ਦਿੰਦੇ ਨੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ, ਦਾਇਆ ਖੇਲੈ ਸਗਲ ਜਗਤ। ਕਹਿੰਦੇ ਜਿਹੜੀ ਪਵਨ ਆ, ਹਵਾ ਹੈਗੀ ਆ, ਉਹ ਸਾਡਾ ਗੁਰੂ ਆ, ਪਾਣੀ ਪਿਤਾ, ਅਤੇ ਜਿਹੜੀ ਧਰਤੀ ਆ ਉਹ ਮਾਤਾ ਹੈਗੀ ਆ। ਦਿਵਸ ਰਾਤ ਦੋਇ ਦਾਈ, ਦਾਇਆ ਖੇਲੈ ਸਗਲ ਜਗਤ, ਕਹਿੰਦੇ ਦਿਨ ਅਤੇ ਰਾਤ ਜਿਵੇਂ ਖਿਡਾਉਣ ਵਾਲੇ ਸਾਨੂੰ ਵੀ ਦਾਈ ਦਾਇਆ ਬਣੇ ਹੋਏ ਨੇ, ਜਿਹਦੇ ਵਿੱਚ ਸਾਰਾ ਸੰਸਾਰ ਆਪਣੇ ਕਾਰ ਵਿਹਾਰ ਕਰ ਰਿਹਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਹਿੰਦੇ ਜਿਹੜੇ ਸਾਡੇ ਚੰਗੇ ਕਰਮ ਨੇ ਜਾਂ ਮਾੜੇ ਕਰਮ ਨੇ, ਉਸ ਧਰਮ ਰਾਜ ਸਾਡੇ ਅੰਦਰ ਉਹਨਾਂ ਨੂੰ ਦੇਖ ਰਿਹਾ। ਉਹਨਾਂ ਦੇ ਦੇਖਣ ਦੇ ਨਾਲ ਸਾਡੇ ਚੰਗਿਆਈਆਂ ਨੇ ਕਿ ਬੁਰਿਆਈਆਂ ਨੇ, ਉਹਦੇ ਹਿਸਾਬ ਨਾਲ ਫਿਰ ਕੀ ਹੁੰਦਾ, ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ,
ਫਿਰ ਅਸੀਂ ਆਪਣੀ ਚੰਗਿਆਈਆਂ ਜਾਂ ਬੁਰਾਈਆਂ ਦੇ ਕਰਕੇ ਅਸੀਂ ਪਰਮਾਤਮਾ ਦੇ ਜਾਂ ਨੇੜੇ ਹੋ ਜਾਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ। ਚੰਗਿਆਈਆਂ ਹੋਣਗੀਆਂ ਅਸੀਂ ਨੇੜੇ ਹੋ ਜਾਵਾਂਗੇ, ਬੁਰਾਈਆਂ ਹੋਣਗੀਆਂ ਤਾਂ ਅਸੀਂ ਦੂਰ ਹੋ ਜਾਵਾਂਗੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਜਿਨ੍ਹਾਂ ਨੇ ਕਹਿੰਦੇ ਪਰਮਾਤਮਾ ਦਾ ਨਾਂ ਲਿਆ ਉਹ ਆਪਣੀ ਪਰਮਾਤਮਾ ਦਾ ਨਾਮ ਦੀ ਮਿਹਨਤ ਦੇ ਨਾਲ ਸਫਲ ਹੋ ਗਏ ਨੇ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਉਹ ਤੇ ਆਪਣਾ ਜੀਵਨ ਸਫਲਾ ਕਰਕੇ ਚਲੇ ਗਏ, ਉਹਨਾਂ ਦੇ ਨਾਨਕ ਤੇ ਮੁਖ ਉਜਲੇ, ਫਿਰ ਉਹ ਆਪਣਾ ਉਜਲਾ ਸਾਫ ਸਫੈਦ ਮੁਖ ਲੈ ਕੇ ਉੱਥੇ ਪਹੁੰਚੇ ਨੇ ਪਰਮਾਤਮਾ ਦੀ ਦਰਗਾਹ ਦੇ ਵਿੱਚ। ਪਰ ਉਹਨਾਂ ਦੇ ਨਾਲ ਕੀਤੀ ਛੁੱਟੀ ਨਾਲ ਕਿੰਨੇ ਹੋਰ ਲੋਕ ਵੀ ਉਹਨਾਂ ਦੇ ਨਾਲ ਮੁਕਤੀ ਪਾ ਗਏ ਨੇ, ਕਿਉਂਕਿ ਉਹਨਾਂ ਨੇ ਨਾਮ ਜਪਣ ਵਾਲਿਆਂ ਦਾ ਸੰਗ ਕੀਤਾ। ਜਿੱਦਾਂ ਦੀ ਸੰਗਤ ਆਪਾਂ ਕਰਦੇ ਹਾਂ ਉੱਦਾਂ ਦੀ ਰੰਗਤ ਹੋ ਜਾਂਦੀ ਆ, ਫਿਰ ਉਹ ਵੀ ਮੁਕਤੀ ਪਾ ਗਏ ਨੇ। ਹਾਂਜੀ, ਜਿੱਥੇ ਆਪਾਂ ਨੇ ਕਰਮ ਖੰਡ ਦੀ ਅਤੇ ਸਰਮ ਖੰਡ ਦੀ ਆਪਾਂ ਨੇ ਵਿਆਖਿਆ ਕੀਤੀ ਹੈ ਨਾ, ਕਰਮ ਖੰਡ ਬਾਰੇ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ। ਕਹਿੰਦੇ ਜਿਹੜਾ ਹੈਗਾ ਇਹ ਕਰਮ ਖੰਡ ਆ, ਇਹ ਬਿਲਕੁਲ ਜਿੱਦਾਂ ਪਰਮਾਤਮਾ ਦੀ ਬਖਸ਼ਿਸ਼ ਵਾਲਾ ਖੰਡ ਆ। ਇੱਥੋਂ ਤੱਕ ਕਹਿੰਦੇ ਜਦੋਂ ਇਨਸਾਨ ਪਹੁੰਚ ਜਾਂਦਾ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਇਹਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਆ ਤੇ ਜੀਵ ਨੇ ਪਰਮਾਤਮਾ ਦਾ ਨਾਂ ਲੈਣਾ ਸ਼ੁਰੂ ਕੀਤਾ। ਹਾਂਜੀ, ਕਰਮ ਖੰਡ ਦੇ ਵਿੱਚ ਇਹ ਸਿਰਫ ਜਿੱਦਾਂ ਪਰਮਾਤਮਾ ਦੀ ਬਖਸ਼ਿਸ਼ ਦਾ ਖੰਡ ਆ। ਪਹਿਲਾ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਇਹਦੇ ਵਿੱਚ ਜੀਵ ਨੇ ਪਰਮਾਤਮਾ ਦਾ ਨਾਮ ਜਪਿਆ ਅਤੇ ਪਰਮਾਤਮਾ ਨੇ ਜੀਵ ਨੂੰ ਸਮਰੱਥਾ ਦਿੱਤੀ ਆ। ਅਤੇ ਫਿਰ ਜਦੋਂ ਜੀਵ ਪਹੁੰਚ ਗਿਆ ਕਰਮ ਖੰਡ ਦੇ ਵਿੱਚ, ਇੱਥੇ ਜੀਵ ਨੇ ਕੁਛ ਨਹੀਂ ਕਰਨਾ, ਬਸ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਜੀਵ 'ਤੇ। ਜੀਵ ਦਰ 'ਤੇ ਪਹੁੰਚ ਗਿਆ ਅਤੇ ਪਰਮਾਤਮਾ ਨੇ ਦਰ ਤੋਂ ਲੈ ਕੇ ਉਹਨੂੰ ਘਰ ਸੱਚਖੰਡ ਵਿੱਚ ਲੈ ਜਾਣਾ। ਇਹ ਜਿਹੜੇ ਦੋ ਪਿਛਲੇ ਖੰਡ ਨੇ ਇਹ ਪਰਮਾਤਮਾ ਦੀ ਬਖਸ਼ਿਸ਼ ਨਾਲ ਜੀਵ ਨੂੰ ਪ੍ਰਾਪਤ ਹੁੰਦੇ ਨੇ। ਪਹਿਲੇ ਤਿੰਨ ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਨੇ ਸਮਰੱਥਾ ਦਿੱਤੀ, ਉਹਦਾ ਨਾਮ ਜਪਿਆ। ਦੂਜੇ ਕਰਮ ਖੰਡ ਅਤੇ ਸੱਚਖੰਡ ਪਰਮਾਤਮਾ ਦੀ ਬਖਸ਼ਿਸ਼ ਦੇ ਫਲ ਨੇ। ਫਿਰ ਪਰਮਾਤਮਾ ਜੀਵ ਨੂੰ ਆਪਣੇ ਨਾਲ ਇੱਕਮਿਕ ਕਰ ਦਿੰਦੇ ਨੇ। ਹਾਂਜੀ, ਇਹਦੇ ਬਾਰੇ ਆਪਾਂ ਬਾਣੀ 'ਚੋਂ ਹੋਰ ਦੋ ਸਤਰਾਂ ਦੀ ਸਾਂਝ ਪਾਉਂਦੇ ਹਾਂ। ਇੱਕ ਹੈਗੀ ਆ ਭਗਤ ਕਬੀਰ ਜੀ ਦੀ, ਇੱਕ ਹੈਗੀ ਆ ਗੁਰੂ ਤੇਗ ਬਹਾਦਰ ਜੀ ਦੀ। ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਸੱਚਖੰਡ ਵਿੱਚ ਪਹੁੰਚੇ ਹੋਏ ਨੂੰ ਕਬੀਰ ਜੀ ਕਹਿ ਰਹੇ ਨੇ, ਰਾਮ ਕਬੀਰਾ ਏਕ ਭਏ ਹੈ ਕੋਇ ਨਾ ਸਕੈ ਪਛਾਨੀ। ਰਾਮ ਕਬੀਰਾ ਏਕ ਭਏ ਹੈ ਕੋਇ ਨਾ ਸਕੈ ਪਛਾਨੀ। ਕਹਿੰਦੇ ਰਾਮ ਅਤੇ ਕਬੀਰ ਹੁਣ ਇੱਕ ਹੋ ਗਏ ਨੇ, ਪਰਮਾਤਮਾ ਅਤੇ ਕਬੀਰ ਇੱਕ ਹੋ ਗਏ ਨੇ, ਹੁਣ ਕੋਈ ਪਛਾਣ ਨਹੀਂ ਸਕਦਾ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਪਾ ਦਈਏ ਫਿਰ ਪਛਾਣਨਾ ਔਖਾ ਹੋ ਜਾਂਦਾ ਨਾ ਕਿ ਪਾਣੀ ਪਹਿਲਾਂ ਕਿਹੜਾ ਸੀ, ਜਿਹੜਾ ਪਾਇਆ ਉਹ ਕਿਹੜਾ ਸੀ। ਇਸ ਤਰ੍ਹਾਂ ਦੀ ਹੁਣ ਮਤਲਬ ਕਬੀਰ ਜੀ ਕਹਿੰਦੇ ਵੀ ਮੇਰੀ ਅਵਸਥਾ ਹੋ ਗਈ ਆ ਪਰਮਾਤਮਾ ਨਾਲ ਮਿਲਾਪ ਦੀ। ਸ਼ਲੋਕ ਮਹੱਲਾ 9ਵਾਂ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1428 'ਤੇ ਹੈ। ਇਹਦੇ ਵਿੱਚ ਇੱਕ ਤੁਕ ਹੈ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਪਾਤਸ਼ਾਹ ਕਹਿੰਦੇ ਨੇ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਉਸ ਇਨਸਾਨ ਦੇ ਵਿੱਚ ਅਤੇ ਪਰਮਾਤਮਾ ਵਿੱਚ ਹੁਣ ਕੋਈ ਅੰਤਰ ਨਹੀਂ ਰਹਿ ਗਿਆ। ਕਹਿੰਦੇ ਨਾਨਕ ਜੀ ਇਹ ਸੱਚੀ ਗੱਲ ਆ, ਉਹ ਹੁਣ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਗਏ ਨੇ। ਹਾਂਜੀ ਸੰਗਤ ਜੀ, ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ, ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਕੋਸ਼ਿਸ਼ ਕਰੀਦੀ ਆ ਕਿ 20-25 ਮਿੰਟ ਦੇ ਵਿੱਚ ਆਪਾਂ ਹਰ ਰੋਜ਼ ਵਿਚਾਰ ਮਤਲਬ ਖਤਮ ਹੋ ਜਾਏ, ਅਤੇ ਤਾਂ ਕਿ ਸੰਗਤ ਕੋਲ ਸਾਰਿਆਂ ਕੋਲ ਟਾਈਮ ਵੀ ਇੰਨਾ ਹੁੰਦਾ, ਜ਼ਿੰਦਗੀ ਦੀ ਭੱਜ ਦੌੜ ਬੜੀ ਹੈਗੀ ਆ। ਪਰ ਕਈ ਦਫਾ ਜੇ 2-4 ਮਿੰਟ 5 ਮਿੰਟ ਜ਼ਿਆਦਾ ਵੀ ਹੋ ਜਾਣ ਤਾਂ ਮੈਨੂੰ ਬਖਸ਼ਣਾ ਜੀ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਮਤਲਬ ਇੰਨੇ ਕੁ ਟਾਈਮ ਦਾ ਰੱਖਿਆ ਜਾਏ ਤਾਂ ਕਿ ਸਾਰੀ ਸੰਗਤ ਜ਼ਿਆਦਾ ਤੋਂ ਜ਼ਿਆਦਾ ਇਸ ਸੇਵਾ ਦਾ ਲਾਭ ਉਠਾ ਸਕੇ ਜੀ। ਸੱਚੇ ਪਿਤਾ ਜੀ, ਬਹੁਤ ਗਲਤੀਆਂ ਭੁੱਲਾਂ ਚੁੱਕਾਂ ਹੋਈਆਂ ਨੇ ਵਿਚਾਰ ਕਰਦਿਆਂ ਬਾਣੀ ਦੀ ਆਪ ਦੀ। ਅਣਜਾਣ ਬੱਚੀ ਸਮਝ ਕੇ ਬਖਸ਼ਣਾ ਸੱਚੇ ਪਿਤਾ ਜੀ, ਅੱਗੇ ਤੋਂ ਸਮਰੱਥਾ ਦੇਣੀ ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।